ਗੁਰੂ ਚੇਲੇ ਨੂੰ ਮੌਕੇ ਦੇ ਉੱਤੋਂ ਫੜ ਲਿਆ। ਉਹ ਆਪਣਾ ਇੱਕ ਨੁਸਖਾ, ਆਪਣਾ ਇੱਕ ਫਾਰਮੂਲਾ ਬਣਾ ਰਹੇ ਸੀ। ਸੌਣ ਤੋਂ ਪਹਿਲਾਂ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ? ਕਿਹੜੀਆਂ ਤੁਸੀਂ 3 4 5 ਗਲਤੀਆਂ ਗਿਣਾ ਸਕਦੇ ਹੋ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਕਰਦੇ ਨੇ? ਮੋਬਾਈਲ ਨਹੀਂ ਛੱਡਦੇ। ਖਾਣਾ 'ਚ ਭਾਵੇਂ 7 ਵਜੇ ਵੀ ਖਾ ਲੈਂਦੇ ਨਾ, ਰਾਤੀ 1 ਵਜੇ ਤੱਕ ਫੋਨ ਚੱਲਦਾ ਰਹਿੰਦਾ ਹੈ। ਉਹ ਸਾਰੀ ਰੇਡੀਏਸ਼ਨ ਬ੍ਰੇਨ ਤੇ ਜਾਂਦੀ ਹੈ। ਉਹੀ ਸਟ੍ਰੈਸ ਆਉਂਦੀ ਹੈ, ਉਹੀ ਐਂਗਜ਼ਾਇਟੀ ਆਉਂਦੀ ਹੈ, ਉਹੀ ਡਿਪਰੈਸ਼ਨ ਆਉਂਦਾ ਹੈ, ਸਾਈਜ਼ੋਫਰੇਨੀਆ, OCD, ਇਹ ਸਾਰੀਆਂ ਦਿਮਾਗ ਦੀ ਬਿਮਾਰੀਆਂ ਜਿਹੜੀਆਂ ਸਾਡੀ ਸੈਕਸ ਲਾਈਫ ਨੂੰ ਖਰਾਬ ਕਰਦੀਆਂ। ਮੈਂ ਇੱਕ ਵਾਰੀ ਮੇਰੀ ਪਰਫਾਰਮੈਂਸ ਖਰਾਬ ਹੋ ਗਈ, ਉਹਦੇ ਮਨ 'ਚ ਨਾ ਇੱਕ ਚੀਜ਼ ਬਹਿ ਜਾਂਦੀ ਹੈ, ਅੱਜ ਮੇਰੀ ਪਰਫਾਰਮੈਂਸ ਖਰਾਬ ਹੋ ਗਈ ਹੈ। ਉਹਨੂੰ ਸੋਚਦਾ ਉਹ ਕਹਿੰਦਾ ਮੈਂ ਦੂਜੀ ਵਾਰ ਵੀ ਮੈਂ ਖਰਾਬ ਹੀ ਹਾਂ। ਨੁਸਖਾ ਉਹ ਤਿਆਰ ਕੀਤਾ ਗਰਮੀਆਂ ਦਾ ਸਪੈਸ਼ਲ, ਕਿ ਜਿਨ੍ਹਾਂ ਦੀ ਇਕਨੋਮਿਕਲ ਕੰਡੀਸ਼ਨ ਨਹੀਂ ਹੈਗੀ ਦਵਾਈ ਖਾਣ ਜੋਗੀ, ਉਹ ਵੀ ਖਾ ਸਕਦੇ ਆ। ਜਿਗਰ ਪਤਨ, ਨਾਈਟਫਾਲ, ਜਿਨ੍ਹਾਂ ਨੂੰ ਆਪਣਾ ਇਨਫਰਟੀਲਿਟੀ ਦੀ ਪ੍ਰੋਬਲਮ ਹੈ, ਹੁਣ ਬਹੁਤ ਸਾਡੇ ਕੋਲ ਫੋਨ ਆਉਂਦੇ ਨੇ ਜਿਨ੍ਹਾਂ ਬਲੈਸਿੰਗ ਦਿੰਦੇ ਨੇ। ਜਿਹੜੇ ਬੇਔਲਾਦ ਜੋੜੇ ਹੈਗੇ ਨੇ ਉਹਨਾਂ ਤੇ ਕੰਮ ਕਰੇਗਾ। ਉਹਨਾਂ ਨੂੰ ਜਿਹੜਾ ਵੀਰੇ ਵਰਧਕ ਕੰਸੀਵ ਹੋ ਸਕਣ, ਜਿਨ੍ਹਾਂ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਆਉਂਦੀ ਹੈ, ਇੰਪੋਟੈਂਸੀ ਦੀ ਪ੍ਰੋਬਲਮ ਆਉਂਦੀ ਹੈ, ਅਸੀਂ ਇਹ ਚੀਜ਼ਾਂ ਐਸੀਆਂ ਪਾਈਆਂ ਨੇ ਜਿਹੜੀਆਂ ਅਸੀਂ ਵੀਰੇ ਵਰਧਕ। ਬ੍ਰੇਨ ਦੀ ਜਿਹੜੀ ਮੈਡੀਸਨ ਆਯੁਰਵੈਦਿਕ ਤੇ ਜੋ ਉਹਦਾ ਦਿਮਾਗ ਵੀ ਠੀਕ ਕਰਦੇ ਨੇ, ਉਹਨੂੰ ਹੈਪੀ ਹਾਰਮੋਨਸ ਦੇ ਕੇ ਵੀ ਠੀਕ ਕੀਤਾ ਜਾ ਸਕਦਾ ਹੈ। ਹੈਪੀ ਹਾਰਮੋਨਸ ਜਿਹਦੇ ਵਿੱਚ ਸੀਰੋਟੋਨਿਨ ਕੈਮੀਕਲ ਆਉਂਦਾ ਹੈ, ਇੱਕ ਨਾਈਟ੍ਰਿਕ ਆਕਸਾਈਡ ਜਿਹੜਾ ਬ੍ਰੇਨ ਤੋਂ ਸਾਡੇ ਰਿਲੀਜ਼ ਹੋ ਕੇ ਸਾਡੇ ਆਰਟਰੀਜ਼ ਤੋਂ ਜਿਹੜੇ ਪਨਾਇਲ ਤੱਕ ਜਾਂਦਾ ਹੈ। ਸਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੈ ਸ਼ੂਗਰ ਕਰਕੇ, ਉਹਨਾਂ ਤੇ ਕੰਮ ਕਰੇਗਾ ਤੁਹਾਡਾ ਇਹ ਨੁਸਖਾ, ਤੁਹਾਡਾ ਫਾਰਮੂਲਾ। ਇਹ ਗੱਲ ਹੈ ਕਿ ਡਾਇਬਟੀਜ਼ ਵਾਲੇ ਮਰੀਜ਼ ਨੂੰ ਤੁਹਾਨੂੰ ਸਾਲ 'ਚ 1-2 ਵਾਰੀ ਮੈਡੀਸਿਨ ਖਾਣੀ ਪੈਣੀ ਹੈ। ਚਾਹੇ ਤੁਸੀਂ ਮੇਰੇ ਕੋਲ ਆ ਜਾਓ, ਚਾਹੇ ਤੁਸੀਂ ਜਿਹੜੇ ਮਰਜ਼ੀ ਡਾਕਟਰ ਕੋਲ ਚਲੇ ਜਾਓ। ਝੂਠ ਸਭ ਨੇ ਬੋਲੀ ਜਾਣਾ ਕਿ 2 ਮਹੀਨੇ ਖਾ ਲਓ, ਤੁਹਾਨੂੰ ਖਾਣ ਦੀ ਲੋੜ ਹੀ ਨਹੀਂ ਪੈਣੀ। ਉਹ ਸਰਾਸਰ ਝੂਠ ਹੈ। ਵਿਦਾਊਟ ਡਾਇਬਟੀਜ਼ ਵਾਲਾ ਪੇਸ਼ੈਂਟ ਹੈ, ਉਹ ਵੀ ਸੁਣ ਲਵੇ, ਸਾਲ 'ਚ ਜੇ ਤੁਹਾਨੂੰ 1 ਵਾਰੀ ਵੀ ਦਵਾਈ ਖਾਣੀ ਪਵੇ, 2 ਵਾਰੀ ਖਾਣੀ ਪਵੇ, ਨੋਟ ਬੈਡ। ਗੱਡੀ ਚੱਲਣੀ ਹੈ, ਸਰਵਿਸ ਕਰਾਉਣੀ ਪੈਣੀ ਹੈ। ਇੱਕ ਹੁਣ ਅਰਕ ਤਿਆਰ ਕਰੀਦਾ ਜਿਨ੍ਹਾਂ ਨੂੰ ਕੀ ਹੈ ਜੀ? ਹੈਗੀ ਜਿਨ੍ਹਾਂ ਨੂੰ ਧਾਤ ਪੈਂਦੀ ਹੈ। ਹਾਂਜੀ, ਉਹ ਕਹਿੰਦੇ ਧਾਤ ਪੈਂਦੀ ਜੀ, ਉਹ ਲੱਖਾਂ ਰੁਪਏ ਦਾ ਨੁਸਖਾ ਲੈ ਲੈਂਦੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦੀ ਟੀਮ ਹੈ ਜਿਹੜੀ ਅੰਮ੍ਰਿਤਸਰ ਪਹੁੰਚੀ ਹੈ। ਗੋਕੁਲ ਕਾ ਬਾਗ ਏਰੀਆ ਹੈ 100 ਫੁੱਟੀ ਰੋਡ ਦੇ ਉੱਤੇ, ਜਿੱਥੇ ਗੁਰੂ ਚੇਲੇ ਦੀ ਮਸ਼ਹੂਰ ਜੋੜੀ ਹੈ ਆਪਣਾ ਕੰਮ ਕਰ ਰਹੀ ਹੈ। ਲੋਕਾਂ ਨੂੰ ਕੁਦਰਤ ਨਾਲ ਜੋੜ ਕੇ ਉਹਨਾਂ ਦੀ ਹਰ ਪਰੇਸ਼ਾਨੀ ਦਾ ਜਿਹੜਾ ਹੱਲ ਹੈ ਉਹ ਕਰ ਰਹੀ ਹੈ। ਪਰ ਅੱਜ ਬੜਾ ਖਾਸ ਦਿਨ ਹੈ। ਖਾਸ ਇਸ ਕਰਕੇ ਕਿਉਂਕਿ ਅੱਜ ਅਸੀਂ ਗੁਰੂ ਚੇਲੇ ਨੂੰ ਮੌਕੇ ਦੇ ਉੱਤੋਂ ਫੜ ਲਿਆ। ਉਹ ਆਪਣਾ ਇੱਕ ਨੁਸਖਾ, ਆਪਣਾ ਇੱਕ ਫਾਰਮੂਲਾ ਬਣਾ ਰਹੇ ਸੀ। ਅਸੀਂ ਮੌਕਾ ਹੈ, ਕੋਈ ਮੌਕਾ ਅਜਿਹਾ ਜਿਹੜਾ ਛੱਡਦੇ ਨਹੀਂ। ਜਦੋਂ ਕੋਈ ਨੁਸਖਾ ਕਿਸੇ ਤਰ੍ਹਾਂ ਦਾ ਬਣਾਉਂਦੇ ਨੇ, ਜਦੋਂ ਨੁਸਖਾ ਬਣਾਇਆ ਜਾਂਦਾ ਹੈ, ਅੱਜ ਅਸੀਂ ਮੌਕੇ ਦੇ ਉੱਤੇ ਫੜ ਲਏ ਨੇ ਗੁਰੂ ਚੇਲੇ ਦੀ ਜੋੜੀ। ਆਓ ਦੇਖਦੇ ਹਾਂ ਉਹ ਕੀ ਬਣਾ ਰਹੇ ਨੇ ਔਰ ਕਿਸ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਦੇ ਨੁਸਖੇ ਨੇ ਉਹ ਜਾਣੇ ਜਾਂਦੇ ਨੇ। ਅੱਜ ਉਹੀ ਨੁਸਖਾ, ਜਿਸ ਨੁਸਖੇ ਕਰਕੇ ਗੁਰੂ ਚੇਲੇ ਦੀ ਜੋੜੀ ਹੈ ਜਾਣੀ ਜਾਂਦੀ ਹੈ, ਉਹ ਬਣਾ ਰਹੇ ਨੇ। ਤਾਂ ਅਸੀਂ ਮੌਕੇ ਦੇ ਉੱਤੇ ਪਹੁੰਚੇ ਹਾਂ। ਇਹ ਤਸਵੀਰਾਂ ਦੇਖੋ, ਇਹ ਸਾਰੀਆਂ ਉਹ ਤਸਵੀਰਾਂ ਨੇ ਜਦੋਂ ਅਸੀਂ ਰਿਕੁਐਸਟ ਕੀਤੀ ਕਿ ਇਹ ਹਰੇਕ ਚੀਜ਼, ਕੱਲੀ ਕੱਲੀ ਚੀਜ਼ ਆ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਤਾਂ ਕਿ ਉਹ ਵੀ ਫਾਇਦਾ ਲੈਣ। ਤਾਂ ਇਹ ਪਰਚੀਆਂ ਨੇ ਕੱਲੀ ਕੱਲੀ ਚੀਜ਼ ਦੀਆਂ ਜਿਹੜੀਆਂ ਉਹਦੇ ਵਿੱਚ ਫਸਾ ਦਿੱਤੀਆਂ ਗਈਆਂ ਨੇ, ਪਰ ਅਸੀਂ ਅੱਜ ਮੌਕੇ ਤੇ ਜ਼ਰੂਰ ਫੜ ਲਏ ਨੇ। ਇਹ ਦੇਖੋ ਤੁਸੀਂ, ਬੜੀ ਨਾਯਾਬ ਜੀ ਚੀਜ਼ ਹੈਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਇਸ ਤਰ੍ਹਾਂ ਦੀ ਸ਼ੈ ਹੈ, ਇਹ ਜਿਹੜੀ ਸਵਰਨ ਭੰਗ, ਇਹਨੂੰ ਸਵਰਨ ਭੰਗ ਕਿਹਾ ਜਾਂਦਾ ਆਯੁਰਵੇਦ ਦੇ ਭਾਸ਼ਾ ਦੇ ਵਿੱਚ। ਤੇ ਹੋਰ ਬੜੀਆਂ ਜੜੀ ਬੂਟੀਆਂ ਹੈਗੀਆਂ ਨੇ, 20 ਕਿਸਮ ਦੀਆਂ ਜੜੀ ਬੂਟੀਆਂ ਇੱਥੇ ਰੱਖੀਆਂ ਹੋਈਆਂ ਨੇ। ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਜ਼ਰੂਰ ਦੱਸਿਆ ਜਾਵੇ ਜਿਹੜੇ ਨੁਸਖੇ ਨੇ, ਬਹੁਤ ਕਾਰਗਰ ਨੁਸਖੇ ਹੈਗੇ ਨੇ, ਇਹ ਬਣਦੇ ਕਿਵੇਂ ਨੇ, ਕਿਵੇਂ ਬਣਾਏ ਜਾਂਦੇ ਨੇ, ਅਸੀਂ ਘਰਾਂ ਦੇ ਵਿੱਚ ਕਿਵੇਂ ਨੁਸਖੇ ਬਣਾ ਸਕਦੇ ਹਾਂ। ਸੋ ਉਹੀ ਨੁਸਖਾ ਲੈਣ ਅਸੀਂ ਅੱਜ ਪਹੁੰਚੇ ਹਾਂ ਗੁਰੂ ਚੇਲੇ ਦੀ ਜੋੜੀ। ਪਹਿਲਾਂ ਅਸੀਂ ਡਾਕਟਰ ਜਿਹੜੇ ਵੈਦ ਸੁਰਿੰਦਰ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਮਿਹਰਬਾਨੀ ਜੀ। ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਹਿਲ ਸਾਹਿਬ, ਤੁਹਾਡਾ ਵੀ। ਤੇ ਤੁਸੀਂ ਅੱਜ ਇਹ ਨੁਸਖਾ ਹੈ, ਬੜਾ ਕੀਮਤੀ ਨੁਸਖਾ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ। ਦੇਖੋ ਜੀ, ਸਾਨੂੰ ਕੋਈ ਫਰਕ ਨਹੀਂ ਪਿਆ ਚੱਲਿਆ, ਠੀਕ ਹੈ। ਉਸ ਪਰਮਾਤਮਾ ਦੀ ਕਿਰਪਾ ਹੈ। ਸਾਨੂੰ ਨਹੀਂ ਵੀ ਕਮਾਈ ਹੋਏਗੀ
ਤੇ ਜਿਸ ਘਰ 'ਚ ਕਿਲਕਾਰੀਆਂ ਦੀ ਗੂੰਜ ਨਹੀਂ ਹੋ ਰਹੀ, ਉਹ ਅੱਜ ਬੜੇ ਬਲੈਸਿੰਗ ਦੇ ਰਹੇ ਜਿਨ੍ਹਾਂ ਨੇ ਸਾਡੇ ਕੋਲ ਮੈਡੀਸਨਸ ਲਿੱਤੀਆਂ ਨੇ। ਇਹ ਨੁਸਖਾ ਉਹ ਤਿਆਰ ਕੀਤਾ ਗਰਮੀਆਂ ਦਾ ਸਪੈਸ਼ਲ, ਕਿ ਜਿਨ੍ਹਾਂ ਦੀ ਇਕਨੋਮਿਕਲ ਕੰਡੀਸ਼ਨ ਨਹੀਂ ਹੈਗੀ ਦਵਾਈ ਖਾਣ ਜੋਗੀ, ਉਹ ਵੀ ਖਾ ਸਕਦੇ ਹੈ। ਮਾਤਰ 140 ਰੁਪਏ ਰੋਜ਼ ਦੀ ਦਵਾਈ, ਜੇ 2 ਟਾਈਮ ਦੀ ਲੈ ਲਈਏ ਤੇ ਆਪਣਾ 70 ਰੁਪਏ ਰੋਜ਼ ਦੀ 1 ਟਾਈਮ ਦੀ ਦਵਾਈ ਹੈ, ਕਿ ਜਿਹੜਾ ਹਰ ਪੇਸ਼ੈਂਟ ਖਾ ਸਕਦਾ ਵੈ। ਠੀਕ ਹੈ। ਔਰ ਇਹਦੇ 'ਚ ਇਹੋ ਜਿਹੇ ਇੰਗਰੀਡੀਅੰਟਸ ਜਿਹੜੇ ਤੁਸੀਂ ਹੁਣ ਕੈਚਅਪ ਕਰ ਹੀ ਲਿੱਤਾ ਹੈ, ਤੇ ਫਿਰ ਤੁਸੀਂ ਸਾਰਿਆਂ ਨੂੰ ਦਿਖਾ ਦਿਓ ਕਿ ਇਹ ਚੀਜ਼ਾਂ ਪਾਈ ਦੀਆਂ। ਜੇ ਕੁਛ ਨਾ ਵੀ ਕਮਾਈ ਹੋਣ, ਸਾਡੇ ਉਸਤਾਦ ਜੀ ਸੁੰਦਰ ਕੁਮਾਰ ਜੀ ਨੇ ਸਾਨੂੰ, ਵੈਦ ਸਾਹਿਬ ਨੇ ਇੱਕੋ ਸਾਨੂੰ ਸਿੱਖਿਆ ਦਿੱਤੀ ਹੈ ਕਿ ਤੁਸੀਂ ਜੇ ਤੁਹਾਨੂੰ ਨਹੀਂ ਵੀ ਪ੍ਰੋਫਿਟ ਹੁੰਦਾ ਤਾਂ ਤੁਸੀਂ ਪੇਸ਼ੈਂਟ ਦਾ ਸਾਥ ਦਿਓ ਤੇ ਉਹਨਾਂ ਦਾ ਦਿਲੋਂ ਉਹਨਾਂ ਦਾ ਸਾਥ ਦਿਓ। ਤੇ ਬਾਕੀ ਜਿਹੜੇ ਪੇਸ਼ੈਂਟ ਨੂੰ ਪੋਜੀਸ਼ਨ ਦੇ ਹਿਸਾਬ ਨਾਲ, ਜੇ ਉਹਨਾਂ ਨੂੰ ਰਸ ਰਸਾਇਣ ਪਸਮਾ ਦੀ ਲੋੜ ਹੋਏਗੀ ਕੰਡੀਸ਼ਨ ਦੇ ਹਿਸਾਬ ਨਾਲ, ਉਹਨਾਂ ਨੂੰ ਉਹ ਹੀ ਮੈਡੀਸਨ ਦਿੱਤੀ ਜਾਏਗੀ। ਬਾਕੀ ਜੇ ਉਹਨਾਂ ਨੇ ਆਪਣਾ ਘੱਟ ਰੇਟ 'ਚ ਮੈਡੀਸਨ ਤਿਆਰ ਕਰਵਾਉਣਾ, ਨੁਸਖਾ ਤਿਆਰ ਕਰਵਾਉਣਾ, ਤੇ ਉਹ ਸਾਡੇ ਕੋਲ ਬਿਲਕੁਲ ਤਿਆਰ ਹੈ। 1 ਦਿਨ ਦੀ 1 ਟਾਈਮ ਦੀ 70 ਰੁਪਏ ਦੀ ਮੈਡੀਸਨ, ਜਿਸ ਤਰ੍ਹਾਂ 1 ਦਿਨ ਦੀ 140 ਰੁਪਏ ਦੀ ਮੈਡੀਸਨ ਹੋ ਗਈ। ਠੀਕ ਹੈ ਨਾ। ਤੇ ਘੱਟੋ ਘੱਟ 15 ਦਿਨ ਦਾ ਕੋਰਸ ਦਿੱਤਾ ਜਾਏਗਾ। ਤੇ ਉਹਨਾਂ ਦੀ ਸ਼ੂਗਰ ਪਤਨ, ਨਾਈਟ ਫਾਲ, ਜਿਨ੍ਹਾਂ ਨੂੰ ਆਪਣਾ ਇਨਫਰਟੀਲਿਟੀ ਦੀ ਪ੍ਰੋਬਲਮ ਹੈ, ਹੁਣ ਬਹੁਤ ਸਾਡੇ ਕੋਲ ਫੋਨ ਆਉਂਦੇ ਨੇ ਜਿਨ੍ਹਾਂ ਬਲੈਸਿੰਗ ਦਿੰਦੇ ਨੇ। ਇੱਕ ਪੇਸ਼ੈਂਟ ਸੀ, ਉਹਨਾਂ ਨੇ ਫੋਨ ਕੀਤਾ, ਕਤਰ ਤੋਂ ਫੋਨ ਆਇਆ ਕਿ ਉਹਨਾਂ ਦੇ ਕਨਸੀਵ ਹੋ ਗਿਆ, ਤੁਹਾਡੇ ਕੋਲ ਮੈਡੀਸਨ ਖਾਧੀ ਸੀ ਤੇ ਸਾਨੂੰ ਵੀ ਭੇਜੋ। ਤੇ ਕਿੰਨੀ ਖੁਸ਼ੀ ਦੀ ਗੱਲ ਹੁੰਦੀ ਹੈ। ਤੇ ਉਹ ਕਹਿੰਦਾ ਮੇਰੇ ਕੋਲ ਇੰਨੇ ਪੈਸੇ ਦੀ ਪਾਇਆ ਨਹੀਂ ਹੈਗੀ, ਇੱਥੇ ਬੜੀ ਪਸੀਨੇ ਬਹਾ ਕੇ ਮੈਂ ਕਮਾਈ ਕਰਦਾ ਵਾਂ, ਤੇ ਮੇਰੇ ਕੋਲ ਜੈਨੂਅਨ ਲੈ ਲਓ। ਫਿਰ ਜਿਹੜੇ ਰੇਟ ਡਾਕਟਰ ਸਾਹਿਬ ਨੇ ਉਹਨਾਂ ਨੂੰ ਦਿੱਤਾ ਤੇ ਮੈਡੀਸਨ ਭੇਜੀ, ਤੇ ਅਸੀਂ ਵੀ ਹੈਰਾਨ ਕਿ ਵਾਕਈ ਅਸੀਂ ਹੈਲਪਫੁਲ ਨੇ। ਡਾਕਟਰ ਸਾਹਿਬ ਬੜੀ ਉਹਨਾਂ 'ਤੇ ਮਿਹਰ ਹੈ ਰੱਬ ਦੀ, ਤੇ ਉਹ ਕਹਿੰਦੇ ਅਸੀਂ ਜ਼ਿਆਦਾ ਪੈਸੇ ਨਹੀਂ ਲੈਣੇ। ਤੇ ਉਹਨਾਂ ਨੂੰ ਵੀ ਬੜਾ ਫਾਇਦਾ ਇਹਨਾਂ ਨੇ ਡਾਕਟਰ ਸਾਹਿਬ ਨੇ ਦੇਣਾ ਵਾ। ਜੇ ਜਿਨ੍ਹਾਂ ਨੂੰ ਫਾਇਦਾ ਹੋਇਆ ਉਹ ਵੀ ਬਲੈਸਿੰਗ ਦਿੰਦੇ ਨੇ। ਅੱਛਾ ਡਾਕਟਰ ਸਾਹਿਬ, ਫਿਰ ਇਹ ਹੈ ਕੀ ਚੀਜ਼ਾਂ, ਇਹਨਾਂ ਦਾ ਕੰਮ ਕੀ ਹੈਗਾ ਆਯੁਰਵੇਦ ਦੇ ਵਿੱਚ? ਬਹੁਤ ਤੁਸੀਂ ਇੱਕ ਲੰਮੀ ਫਰਹਿਸਤ ਹੈਗੀ ਅੱਜ ਭਸਮਾਂ ਦੀ ਇੱਥੇ ਲਾਈ ਹੈ। ਕਿਵੇਂ ਕੰਮ ਕਰਦੀਆਂ ਨੇ, ਕਿਸ ਤਰੀਕੇ ਨਾਲ ਕੰਮ ਕਰਦੀਆਂ ਨੇ, ਕਿਹੜੇ ਲੋਕਾਂ ਨੂੰ ਇਹਨਾਂ ਦਾ ਫਾਇਦਾ ਹੋਣ ਵਾਲਾ ਹੈ? ਕਿਉਂਕਿ ਗਰਮੀਆਂ ਦਾ ਮੌਸਮ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਉਸ ਮੌਸਮ ਦੇ ਵਿੱਚ ਗਰਮੀ ਪੈਣੀ ਆਮ ਜੀ ਗੱਲ ਹੋ ਜਾਂਦੀ ਹੈ, ਔਰ ਖਾਸ ਕਰਕੇ ਕਮਜ਼ੋਰੀ ਵਾਲੇ ਪਾਸੇ ਨੂੰ ਸਰੀਰ ਤੁਰ ਪੈਂਦਾ, ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਬੰਦੇ ਦਾ। ਦੇਖੋ ਜੀ, ਇਹ ਜਿਹੜਾ ਮੈਡੀਸਨ ਹੈਗੀਆਂ, ਹਰਬਸ ਹੈਗੀਆਂ, ਆਯੁਰਵੇਦ ਜੜੀ ਬੂਟੀਆਂ ਹੈਗੀਆਂ ਨੇ, ਇਹ ਅਸੀਂ ਗਰਮੀਆਂ ਦੇ ਮੌਸਮ ਨੂੰ ਨਜ਼ਰ ਰੱਖ ਕੇ ਸਾਰੀਆਂ ਬਣਾ ਰਹੇ ਹਾਂ, ਤਾਂ ਕਿ ਲੋਕੀ ਜਿਹੜੇ ਹੈਗੇ ਆ ਉਹ 12 ਮਹੀਨੇ ਖਾ ਸਕਣ। ਠੀਕ ਹੈ। ਬਾਕੀ ਦੂਸਰੀ ਇਹ ਗੱਲ ਹੈਗੀ ਹੈ ਕਿ ਇਹਦੇ ਵਿੱਚ ਜਿਹੜੀ ਅਸੀਂ ਹਰਬਸ ਜਿਹੜੇ ਜੜੀ ਬੂਟੀਆਂ ਪਾਈਆਂ ਨੇ, ਉਹ ਬਹੁਤ ਹੀ ਕੀਮਤੀ ਹੈਗੀਆਂ ਨੇ। ਕਿੱਥੋਂ ਲੈ ਕੇ ਅਸੀਂ ਕਲੈਕਟ ਕੀਤੀਆਂ ਨੇ, ਤਾਂ ਕਿ ਗਰਮੀਆਂ ਦੇ ਵਿੱਚ ਲੋਕੀ ਆਪਣਾ ਸਰੀਰ ਨੂੰ ਠੀਕ ਰੱਖ ਸਕਣ। ਜਿਨ੍ਹਾਂ ਦੇ ਵਿੱਚ ਸਰੀਰਕ ਕਮਜ਼ੋਰੀ, ਅੰਦਰੂਨੀ ਕਮਜ਼ੋਰੀ, ਮਰਦਾਨਾ ਕਮਜ਼ੋਰੀ ਹੈਗੀ ਹੈ, ਉਹਨੂੰ ਦੂਰ ਕਰ ਸਕਣ। ਕਈ ਲੋਕ ਇਸੇ ਕਰਕੇ ਜਿਹੜੇ ਹੈਗੇ ਆ, ਉਹਨਾਂ ਨੂੰ ਅੱਛਾ ਹਕੀਮ, ਪੜ੍ਹਿਆ ਲਿਖਿਆ ਹਕੀਮ ਜਾਂ ਵੈਦ ਜਾਂ ਡਾਕਟਰ ਨਹੀਂ ਮਿਲਦਾ, ਵਿਚਾਰੇ ਉਹ ਦੂਜੀ ਡਾਕਟਰਾਂ ਕੋਲ ਭਟਕਦੇ ਰਹਿੰਦੇ ਨੇ, ਆਪਣੇ ਪੈਸੇ ਜਿਹੜੇ ਵੇਸਟ ਕਰਦੇ ਰਹਿੰਦੇ ਨੇ, ਉਹਨਾਂ ਨੂੰ ਫਾਇਦਾ ਘੱਟ ਮਿਲਦਾ। ਇਸ ਕਰਕੇ ਅਸੀਂ ਉਹਨੂੰ ਨਜ਼ਰ ਰੱਖ ਕੇ ਗਰਮੀਆਂ ਦੇ ਤੋਹਫਾ ਬਣਾ ਰਹੇ ਹਾਂ, ਵੀ ਤਾਂ ਕਿ ਲੋਕਾਂ ਨੂੰ ਫਾਇਦਾ ਹੋ ਸਕੇ, ਉਹ ਆਪਣੇ ਜੀਵਨ ਨੂੰ ਸਫਲ ਬਣਾ ਸਕਣ। ਇਹਦੇ ਵਿੱਚ ਅਸੀਂ ਵੰਗ ਭਸਮ, ਪਰਵਾਲ ਪਿਸ਼ਟੀ, ਤਵਾਸ਼ੀਰ, ਹਾਂਜੀ, ਇੱਦਾਂ ਦੀ ਚੀਜ਼ਾਂ ਪਾਈਆਂ ਨੇ, ਤਾਂ ਕਿ ਉਹਨਾਂ ਨੂੰ ਜਿਹੜਾ ਵੀਰੇ ਵਰਧਕ ਕਨਸੀਵ ਹੋ ਸਕਣ, ਜਿਨ੍ਹਾਂ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਆਉਂਦੀ ਹੈ, ਇੰਪੋਟੈਂਸੀ ਦੀ ਪ੍ਰੋਬਲਮ ਆਉਂਦੀ ਹੈ। ਅਸੀਂ ਇਹ ਚੀਜ਼ਾਂ ਐਸੀਆਂ ਪਾਈਆਂ ਨੇ ਜਿਹੜੀਆਂ ਅਸੀਂ ਵੀਰੇ ਵਰਧਕ ਮਰਦਾਨਾ ਕਮਜ਼ੋਰੀ ਨੂੰ ਦੂਰ ਕਰ ਸਕਣ। ਥੋੜ੍ਹੇ ਪੈਸਿਆਂ 'ਚ ਉਹਨਾਂ ਦਾ ਅੱਛਾ ਇਲਾਜ ਕਰ ਰਹੇ ਹਾਂ, ਤਾਂ ਕਿ ਉਹ ਸਾਰੇ ਲੋਕੀ ਜਿਹੜੇ ਆਪਣੀ ਜਿਹੜੀ ਇਹ ਬਿਮਾਰੀ ਨੂੰ ਦੂਰ ਕਰ ਸਕਣ, ਅਫੋਰਡ ਕਰ ਸਕਣ। ਅਗਰ ਕਿਸੇ ਬੰਦੇ ਨੂੰ ਕੋਈ ਇੱਦਾਂ ਦੀ ਗੱਲ ਹੁੰਦੀ ਹੈ, ਕੋਈ ਨਹੀਂ ਅਫੋਰਡ ਕਰ ਸਕਦਾ, ਅਸੀਂ ਉਹਨੂੰ ਘੱਟ ਰੇਟ 'ਤੇ ਰੇਟ ਤੋਂ ਰੇਟ ਵੀ ਦਵਾਈ ਦੇ ਦਿੰਦੇ ਹਾਂ, ਤਾਂ ਕਿ ਜਿਹੜੇ ਹੈ ਲੋਕੀ ਹੈਗੇ ਆ ਵੀ ਆਪਣਾ ਜਿਹੜੀ ਬਿਮਾਰੀ ਨੂੰ ਠੀਕ ਕਰ ਸਕਣ। ਜੀ। ਅੱਛਾ, ਤੇ ਫਿਰ ਇੱਕ ਹੋਰ ਸਵਾਲ ਹੈਗਾ, ਜਿਹੜਾ ਇਹ ਤੁਸੀਂ ਨੁਸਖਾ ਇਹ ਖਾਸ ਕਰਕੇ ਜਿਹੜੇ ਬੇਔਲਾਦ ਜੋੜੇ ਹੈਗੇ ਨੇ ਉਹਨਾਂ ਤੇ ਕੰਮ ਕਰੇਗਾ? ਦੇਖੋ ਜੀ, ਇਹਦੇ ਵਿੱਚ ਐਸੀ ਜੜੀ ਬੂਟੀਆਂ ਹੈਗੀਆਂ ਨੇ, 20-25 ਬੂਟੀਆਂ ਦਾ ਮਿਸ਼ਰਣ ਹੈਗਾ, ਜਿਨ੍ਹਾਂ ਵਿੱਚ ਵੰਗ ਭਸਮ, ਪਿਰਵਾਲ ਪਿਸ਼ਟੀ, ਤਵਾਸ਼ੀਰ, ਹਾਂਜੀ, ਅਬਰਕ ਭਸਮ ਤੇ ਸਿੰਬਲ ਮੂਸਲੀ, ਕਾਲੀ ਮੂਸਲੀ, ਸਫੇਦ ਮੂਸਲੀ, ਹੋਰ ਚੀਜ਼ਾਂ ਵੀ ਬਹੁਤ ਹੈਗੀਆਂ ਨੇ ਜਿਹੜੀਆਂ, ਜਿਸ ਤਰ੍ਹਾਂ ਤਾਲ ਮਖਾਣਾ ਹੈ, ਕੌਂਜ ਬੀਜ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਮਰਦਾਨਾ ਕਮਜ਼ੋਰੀ ਵਿੱਚ ਕੰਮ ਆਉਂਦੀਆਂ। ਸਪੋਜ਼ ਕਰੋ ਕਿਸੇ ਨੂੰ ਸ਼ੂਗਰ ਪਤਨ ਹੈ, ਸ਼ੂਗਰ ਪਤਨ ਦੇ ਨਾਲ ਨਾਈਟ ਫਾਲ ਹੁੰਦਾ ਹੈਗਾ, ਜਾਂ ਵੀਰੇ ਨਹੀਂ ਬਣਦਾ, ਉਹਨਾਂ ਦਾ ਵੀਰੇ ਪਤਲਾ ਹੈਗਾ, ਜਾਂ ਟੈਸਟੋਸਟੈਰੋਨ ਦੀ ਕਮੀ ਹੁੰਦੀ, ਹਾਰਮੋਨ ਦੀ, ਉਹ ਸਾਰੀ ਜਿਹੜੀ ਹੈਗੀ ਬਿਮਾਰੀਆਂ ਦੇ ਵਿੱਚ ਜਿਹੜਾ ਨੁਸਖਾ ਸੀ ਇਸੇ ਤਰੀਕੇ ਨਾਲ ਤਿਆਰ ਕੀਤਾ ਕਿ ਤਾਂ ਕਿ ਸਾਰੇ ਰੋਗਾਂ ਨੂੰ ਇਹ ਠੀਕ ਕਰੇ। ਅੱਛਾ, ਬਾਝਪਣ ਦਾ ਕੀ ਕਾਰਨ ਹੁੰਦਾ ਹੈ? ਜਿਹੜੇ
ਔਰਤਾਂ ਦੇ ਵਿੱਚ ਵੀ ਵੈਜ ਤੁਹਾਡਾ ਬੜਾ ਲੰਮਾ ਤਜਰਬਾ ਹੈ, ਔਰਤਾਂ ਨੂੰ ਵੀ ਦਿੱਤਾ ਜਾ ਸਕਦਾ ਤੁਹਾਡੇ ਵਾਲਾ ਇਹ ਨੁਸਖਾ? ਦੇਖੋ ਜੀ ਇਦਾਂ ਹੈ, ਉਹਨਾਂ ਦੀ ਪਹਿਲੇ ਵੇਖਿਆ ਜਾਂਦਾ ਹੈਗਾ ਕਿ ਉਹਨਾਂ ਨੂੰ ਜਿਹੜੀ ਮੰਥਲੀ ਹੈਗੀ ਉਹ ਕਿਸ ਤਰ੍ਹਾਂ ਆ ਰਹੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਤੇ ਨਹੀਂ ਹੈਗੀ, ਕੋਈ ਹਾਰਟ ਪ੍ਰੋਬਲਮ, ਬੀਪੀ ਦੀ ਪ੍ਰੋਬਲਮ ਜਾਂ ਸ਼ੂਗਰ ਦੀ ਪ੍ਰੋਬਲਮ ਜਾਂ ਮੈਂਸਸ ਜਿਹੜੇ ਜ਼ਿਆਦਾ ਤੇ ਘੱਟ ਤੇ ਨਹੀਂ ਆਉਂਦੇ ਹੈਗੇ, ਉਹਨਾਂ ਦੇ ਐਗਸ ਬਣਦੇ ਕਿ ਨਹੀਂ ਬਣਦੇ, ਜਿਹਨੂੰ ਆਪਾਂ ਓਵਮ ਕਹਿ ਦਿੰਦੇ ਹੈਗੇ ਆ, ਉਹ ਸਾਰੀ ਜਿਹੜੀ ਉਹਨਾਂ ਦੀ ਮੈਡੀਕਲ ਰਿਪੋਰਟਾਂ ਦੇਖ ਕੇ ਅਸੀਂ ਉਹਦੇ ਮੁਤਾਬਕ ਉਹਨਾਂ ਨੂੰ ਨੁਸਖਾ ਤਿਆਰ ਕਰਕੇ ਦੇ ਦਿੰਦੇ ਹਾਂ ਤਾਂ ਕਿ ਉਹਨਾਂ ਦੇ ਜਿਹੜੀ ਹੈ ਫਰਟੀਲਿਟੀ ਹੋ ਸਕੇ। ਠੀਕ ਹੈ, ਉਹ ਕਈ ਸਾਡੇ ਕੋਲ ਐਸੇ ਆਏ ਨੇ ਜਿਨ੍ਹਾਂ ਨੂੰ ਐਲੋਪੈਥਿਕ ਦਵਾਈਆਂ ਨਾਲ ਆਰਾਮ ਨਹੀਂ ਆ, ਸਾਡੀ ਉਹਨਾਂ ਨੇ ਦਵਾਈ ਖਾਧੀ 6 ਮਹੀਨੇ ਖਾਧੀ ਹੈ, ਉਹਨਾਂ ਨੂੰ ਕਨਸੀਵ ਹੋ ਗਿਆ, ਉਹਨਾਂ ਦੇ ਘਰ ਜਿਹੜੀ ਹੈ ਬੱਚੇ ਦੀ ਕਿਲਕਾਰੀਆਂ ਗੂੰਜੀਆਂ ਨੇ। ਜੀ 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 ਜੀ। ਅੱਛਾ, ਤੇ ਫਿਰ ਸਾਹਿਲ ਸਾਹਿਬ ਆ ਤੁਸੀਂ ਇੱਕ ਬੜਾ ਮੈਨੂੰ ਤਾਂ ਬੜੀ ਅਟਰੈਕਟਿਵ ਜੀ ਲੱਗੀ ਹੈ ਇਹ ਸਵਰਨ ਭੰਗ, ਤੁਸੀਂ ਇਹਦੇ ਤੇ ਲਿਖਿਆ ਵੀ ਹੋਇਆ, ਇਹ ਕੀ ਕੰਮ ਕਰਦੀ ਹੈ ਕੀ ਕਿਸ ਚੀਜ਼ ਦੀ ਬਣੀ ਹੋਈ ਹੈ ਜੀ, ਔਰ ਕੀ ਕੰਮ ਕਰਦੀ ਹੈ ਬੰਦਿਆਂ ਨੂੰ? ਖਾਸ ਕਰਕੇ ਤੁਹਾਡਾ ਕਹਿਣਾ ਹੈ ਕਿ ਇਹ ਜਿਹੜਾ ਕਾਫੀ ਇਹਦਾ ਅਸਰ ਰਹਿੰਦਾ ਹੈ। ਦੇਖੋ ਜੀ, ਇਹ ਮਰਦਾਨਾ ਕਮਜ਼ੋਰੀ ਵਾਸਤੇ ਤੇ ਹੈਗੀ ਹੈ, ਸਰੀਰਕ ਕਮਜ਼ੋਰੀ ਵਾਸਤੇ ਵੀ ਬਹੁਤ ਵਧੀਆ ਹੈ, ਔਰ ਇਹ ਕਫ ਖਾਂਸੀ ਵਾਸਤੇ ਵੀ ਇਹ ਕਾਮਯਾਬ ਹੈ, ਬੜਾ ਅੱਛਾ ਇਹਦਾ ਰਿਜ਼ਲਟ ਆਉਂਦਾ ਵਾ। ਔਰ ਇਹ ਕੱਲੀ ਇਹ ਨਹੀਂ ਕਿ ਆਪਾਂ ਇਹਨੂੰ ਕੱਲੀ ਦੇ ਕੇ ਕੱਲੀ ਇੱਕੋ ਹਰਬਸ ਨਾਲ ਠੀਕ ਕਰ ਦਿਆਂਗੇ, ਇਹਦੇ ਨਾਲ ਹੋਰ ਮਿਸ਼ਰਣ ਦੇ ਕੇ ਵੀ ਬਿਲਕੁਲ ਪੇਸ਼ੈਂਟ ਠੀਕ ਹੋ ਜਾਂਦਾ ਵਾ। ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਰਿਹਾ ਕਿ ਕੱਲ ਇੱਕ ਪੇਸ਼ੈਂਟ ਆਇਆ ਵਾ ਸਾਡੇ ਕੋਲ, ਤੇ ਉਹ ਕਹਿੰਦਾ ਡਾਕਟਰ ਸਾਹਿਬ ਸਾਡੇ ਨਾਲ ਮੇਰਾ ਬੈਂਕ ਬੈਲੈਂਸ ਖਾਲੀ ਹੋ ਗਿਆ। ਮੈਂ ਕਿਹਾ ਇਹਦੇ 'ਚ ਸਾਡਾ ਕੀ ਕਸੂਰ ਹੈ, ਬੈਂਕ ਬੈਲੈਂਸ ਖਾਲੀ ਹੋ ਗਿਆ? ਤੇ ਕਹਿੰਦਾ ਨਹੀਂ ਜੀ, ਮੈਂ 2-3 ਡਾਕਟਰਾਂ ਦਾ ਇਹ ਸ਼ਿਕਾਰ ਹੋ ਗਿਆ ਵੈਦਾਂ ਦਾ, ਤੇ ਜਿਨ੍ਹਾਂ ਨੇ ਬਹੁਤ ਪੈਸੇ ਮੇਰੇ ਕੋਲ ਲੈ ਲਏ ਤੇ ਮੇਰਾ ਬੈਂਕ ਬੈਲੈਂਸ ਖਾਲੀ ਕਰਤਾ ਵਾ। ਤੇ ਕਹਿੰਦਾ ਮੈਨੂੰ ਹੁਣ ਜਿਹੜੀ ਅਗਲੀ ਦਵਾਈ ਮੈਂ ਮੰਗਦਾ, ਮੈਨੂੰ ਜ਼ਹਿਰ ਦੀ ਪੂੜੀ ਦੇ ਦਿਓ। ਮਤਲਬ ਕਿ ਇਹੋ ਜਿਹੀ ਗੱਲਾਂ ਲੋਕੀ ਲੈ ਕੇ ਆਉਂਦੇ ਨੇ ਸਾਡੇ ਕੋਲ ਕਿ ਬਹੁਤ ਪਰੇਸ਼ਾਨ ਹੋਏ ਪਏ ਨੇ। ਫਿਰ ਇਹੋ ਹੀ ਵੈਦ ਸਾਹਿਬ ਦਾ ਜਿਹੜਾ ਫੈਸਲਾ ਸੀ, ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਇਹੋ ਜਿਹੀ ਚੀਜ਼ ਤਿਆਰ ਕਰੀਏ ਕਿ ਹਰ ਦੁਨੀਆ ਦੁਖੀ ਹੈ, ਠੀਕ ਹੈ ਨਾ, ਕਮਜ਼ੋਰੀ ਇੰਨੀ ਕੁ ਹੋ ਚੁੱਕੀ ਹੈ, ਲੋਕਾਂ ਨੂੰ ਸਟਰੈਸ ਦੇ ਨਾਲ, ਐਂਗਜ਼ਾਇਟੀ ਦੇ ਨਾਲ, ਡਿਪਰੈਸ਼ਨ ਦੇ ਨਾਲ, ਉਹ ਬੰਦਾ ਸਾਈਕੋਲੋਜੀ ਇਫੈਕਟ ਇੰਨਾ ਹੋ ਗਿਆ ਕਿ ਬੰਦੇ ਨੂੰ ਜਿਹੜੀ ਇਹ ਕਮਜ਼ੋਰੀ ਦਾ ਸ਼ਿਕਾਰ ਹੋ ਚੁੱਕਾ ਹੈ। ਤੇ ਫਿਰ ਡਾਕਟਰ ਸਾਹਿਬ ਨੇ ਇਹੋ ਹੀ ਡਿਸੀਜ਼ਨ ਲਿੱਤਾ ਕਿ ਆਪਾਂ ਜਿਹੜੀ ਵੀ ਮੈਡੀਸਿਨ ਤਿਆਰ ਕਰੀਏ, ਇੱਕ ਤੇ ਉਹ ਨਾਰਮਲ ਬੰਦਾ ਵੀ ਖਾ ਪਾਵੇ, ਤੇ ਉਹਦਾ ਜਿਹੜਾ ਆਪਣਾ ਖਰਚਾ ਵੇ ਉਹ ਵੀ ਘੱਟ ਆਵੇ। ਤੇ ਖਰਚਾ ਘੱਟ ਦੇ ਕਾਰਨ ਇਹ ਨਹੀਂ ਕਿ ਉਹਨੂੰ ਮਿੱਟੀ ਚੁੱਕ ਕੇ ਦੇ ਦਈਏ, ਉਹਦੇ ਵਿੱਚ ਇਹ ਵੀ ਤੁਹਾਨੂੰ ਇਹੀ ਪੁੱਛਣ ਲੱਗਿਆ ਸੀ ਕਿ ਬਹੁਤ ਜਿਹੜੇ ਮਹਿੰਗੇ ਨੁਸਖੇ ਹੈਗੇ ਨੇ ਉਹ ਦਿੱਤੇ ਜਾਂਦੇ ਨੇ, ਪਰ ਤੁਸੀਂ ਕਹਿ ਰਹੇ ਹੋ ਕਿ ਵੀਰੇ 60-70 ਰੁਪਏ ਦੀ ਇੱਕ ਡੋਜ਼ ਹੈਗੀ ਹੈ, 60-70 ਰੁਪਏ ਦਾ ਅੱਜ ਕੱਲ੍ਹ ਤਾਂ ਪੀਜ਼ਾ ਬਰਗਰ ਬਣੀ ਆਉਂਦੇ ਜੀ। ਸਾਹਿਲ ਸਾਹਿਬ, ਫਰੂਕੀ ਸਾਹਿਬ, ਇੱਕ ਗੱਲ ਸੁਣ ਲਓ, ਦੇਖੋ ਜਿੰਨੇ ਤੇ ਇਲਾਜ ਕਰਨਾ ਹੈ ਦਿਲੋਂ, ਠੀਕ ਹੈ, ਉਹ 70 ਰੁਪਏ ਦੇ ਵਿੱਚ ਵੀ ਪਰਮਾਤਮਾ ਦੀ ਉੱਤੇ ਕਿਰਪਾ ਹੋਏਗੀ। ਕਾਰਨ ਕੀ ਹੈ, ਜੇ ਅਸੀਂ 140 ਰੁਪਏ ਦੀ ਇੱਕ ਦਿਨ ਦੀ ਦਵਾਈ ਦਿੰਦੇ ਹਾਂ, ਘੱਟੋ ਘੱਟ 15 ਦਿਨ ਦੀ ਦੇਵਾਂਗੇ ਅਸੀਂ ਵੀ, ਠੀਕ ਹੈ, 140 ਰੁਪਏ ਦੀ ਦਵਾਈ ਪੈਂਦੀ ਹੈ, ਉਹਦੇ ਵਿੱਚ ਵੀ ਤੁਹਾਨੂੰ ਬਰਕਤ ਪੈ ਜਾਣੀ ਜੇ ਤੁਹਾਡੀ ਨੀਅਤ ਸਾਫ਼ ਹੈ। ਤੇ ਜੇ ਤੁਹਾਡੀ ਨੀਅਤ ਹੈਗੀ ਕਿ ਠੱਗਣਾ ਹੈ, ਤੇ ਫਿਰ ਤਾਂ ਤੁਸੀਂ 1000 ਰੁਪਏ ਦੀ ਵੀ ਪੂੜੀ ਵੇਚੀ ਜੋ, 2000 ਦੀ ਵੇਚੀ ਜੋ। ਇੱਥੋਂ ਤੱਕ ਕਿ ਲੋਕੀ 10-10 ਰੁਪਏ ਹਫ਼ਤੇ ਦੀ ਦਵਾਈ ਮੇਰੇ ਕੋਲ ਲੈ ਕੇ ਆਉਂਦੇ ਆ ਕਿ ਅਸੀਂ 10,000 ਹਫ਼ਤੇ ਦੀ ਦਵਾਈ ਖਾਧੀ ਹੈ, 40,000 ਰੁਪਏ ਮਹੀਨੇ ਦੀ। ਇਹ ਸਾਡੇ ਪੈਸੇ ਲੁੱਟੇ ਗਏ, ਬਰਬਾਦ ਹੋ ਗਏ ਆ। ਅਸੀਂ ਵੀ ਬਣਾਉਂਦੇ ਆ, ਵਧੀਆ ਪਸ਼ਮਾ ਲੈ ਕੇ ਬਣਾਉਂਦੇ ਆ, ਪਰ ਪੇਸ਼ੈਂਟ ਦੇ ਜਿਹੜੀ ਪੇਸ਼ੈਂਟ ਦੀ ਨੀਡ ਹੋਵੇ, ਜੇ ਪੇਸ਼ੈਂਟ ਨੂੰ ਜ਼ਰੂਰਤ ਹੋਵੇ, ਜੇ ਪੇਸ਼ੈਂਟ ਅਫੋਰਡੇਬਲ ਹੋਵੇ। ਇਹ ਨਹੀਂ ਹੈਗਾ ਕਿ ਤੂੰ ਕਰਜ਼ਾ ਚੁੱਕ ਕੇ ਦਵਾਈ ਖਾ, ਨਾ। ਇਹ ਮੇਰਾ ਬਾਰ-ਬਾਰ ਅਪੀਲ ਹੈ ਕਿ ਕਰਜ਼ੇ ਚੁੱਕ ਕੇ ਤੁਸੀਂ ਇਹ ਕੰਮਾਂ 'ਚ ਨਾ ਪਵੋ। ਤੁਸੀਂ ਆਓ ਆਪਣੇ ਸਾਰਾ, ਕਿਉਂਕਿ ਕਈਆਂ ਨੂੰ ਮੈਂਟਲੀ ਇਸ ਚੀਜ਼ ਦਾ ਜਿਹੜਾ ਪਿਟਿਊਟਰੀ ਗਲੈਂਡ, ਮੈਂ ਬੜੀ ਵਾਰ ਤੁਹਾਡੀ ਵੀਡੀਓ ਦੇ ਵਿੱਚ ਵੀ ਕਹਿ ਚੁੱਕਾ ਵਾਂ ਕਿ ਜਿਹੜਾ ਬ੍ਰੇਨ ਦੇ ਹਾਰਮੋਨਸ ਜਿਹੜੇ ਹਾਰਮੋਨ ਰਿਲੀਜ਼ ਹੁੰਦੇ ਆ ਸਾਡੇ ਪਿਟਿਊਟਰੀ ਗਲੈਂਡ ਤੋਂ ਹੁੰਦੇ ਨੇ, ਤੇ ਜਿਹੜੇ ਹਾਰਮੋਨਸ ਇਨਬੈਲੈਂਸ ਹੋਏ ਨੇ ਉਹਦਾ ਵੀ ਜਿਹੜਾ ਟਰੀਟਮੈਂਟ ਹੈ ਡਾਕਟਰ ਸਾਹਿਬ ਉਹ ਵੀ ਕਰਦੇ ਨੇ। ਉਹ ਸਾਰਾ ਹਾਰਮੋਨਸ ਟੈਸਟ ਕਰਾਉਂਦੇ ਨੇ ਉਹਨਾਂ ਦੇ, ਉਸ ਹਿਸਾਬ ਨਾਲ ਉਹਨੂੰ ਬ੍ਰੇਨ ਦੀ ਜਿਹੜੀ ਮੈਡੀਸਨ ਆਯੁਰਵੈਦਿਕ ਤੇ ਉਹਦਾ ਦਿਮਾਗ ਵੀ ਠੀਕ ਕਰਦੇ ਨੇ, ਉਹਨੂੰ ਹੈਪੀ ਹਾਰਮੋਨਸ ਦੇ ਕੇ ਵੀ ਠੀਕ ਕੀਤਾ ਜਾ ਸਕਦਾ ਹੈ। ਹੈਪੀ ਹਾਰਮੋਨਸ ਜਿਹਦੇ ਵਿੱਚ ਸੀਰੋਟੋਨਿਨ ਕੈਮੀਕਲ ਆਉਂਦਾ ਹੈ, ਇੱਕ ਨਾਈਟ੍ਰਿਕ ਆਕਸਾਈਡ ਜਿਹੜਾ ਬ੍ਰੇਨ ਤੋਂ ਸਾਡੇ ਰਿਲੀਜ਼ ਹੋ ਕੇ ਸਾਡੇ ਆਰਟਰੀਜ਼ ਤੋਂ ਜਿਹੜੇ ਪਨਾਈਲ ਤੱਕ ਜਾਂਦਾ ਹੈ। ਦੇਖੋ ਆਰਟਰੀਜ਼ ਜਿਹੜੀ ਵੇਨਸ ਹੈ ਨਾ, ਉਹ ਹਾਰਟ ਤੋਂ, ਪੈਨਕ੍ਰੀਅਸ ਤੋਂ, ਇੰਟੈਸਟਾਈਨ ਤੋਂ ਪਨਾਈਲ ਤੇ ਜਿਹੜਾ ਪਹੁੰਚਦਾ ਨਾ, ਉੱਥੋਂ ਲੇਟ ਹੈ ਕੰਮ, ਠੀਕ ਹੈ। ਪਨਾਈਲ ਬਹੁਤ ਪੈਨਸ ਜਿਹੜਾ ਉੱਥੇ ਜਿਹੜਾ ਬਲੱਡ ਫਲੋ ਜਾਣਾ ਉਹ ਲਾਸਟ ਤੇ ਹੈ, ਠੀਕ ਹੈ। ਉੱਥੋਂ ਤੱਕ ਜਦੋਂ ਪਹੁੰਚਣਾ, ਉਹ ਬੜੇ ਬ੍ਰੇਨ 'ਚ ਕੈਮੀਕਲਸ ਨੇ ਇਹੋ ਜਿਹੇ ਕਿ ਜਿਹੜੇ ਸਾਡੇ ਬ੍ਰੇਨ ਦੇ ਅੰਦਰ ਕੈਮੀਕਲਸ ਜਿਹੜੇ ਬਣ ਗਏ, ਠੀਕ ਹੈ। ਹੁਣ ਉਹਦੇ ਵਿੱਚ ਬੜੀ ਅੱਛੀ ਔਸ਼ਧੀ ਸਾ ਬ੍ਰਾਹਮੀ ਹੈ, ਇਹ ਬ੍ਰਾਹਮੀ ਹੈ, ਇਹ ਬ੍ਰਾਹਮੀ ਗੋਲਡ, ਇੱਕ ਬ੍ਰਾਹਮੀ ਗੋਲਡ ਵੀ ਆਉਂਦੀ ਹੈ, ਠੀਕ ਹੈ ਨਾ। ਇਹ ਬ੍ਰੇਨ ਵਾਸਤੇ ਬਹੁਤ ਵਧੀਆ, ਠੀਕ ਹੈ।
ਬ੍ਰਾਹਮੀ ਹੋ ਗਈ, ਸ਼ੰਖ ਪੁਸ਼ਪੀ ਹੋ ਗਈ, ਜਟਾਮੰਸੀ ਹੋ ਗਈ, ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਬ੍ਰੇਨ ਵਾਸਤੇ ਬੜੀਆਂ ਇਫੈਕਟੇਬਲ ਨੇ। ਤੁਹਾਨੂੰ ਖੁਸ਼ ਰਹਿਣਾ ਕਿਉਂਕਿ ਬੰਦੇ ਨੂੰ ਕਹਿੰਦਾ ਯਾਰ ਮੈਂ ਇੱਕ ਵਾਰੀ ਮੇਰੀ ਪਰਫਾਰਮੈਂਸ ਖਰਾਬ ਹੋ ਗਈ, ਉਹਦੇ ਮਨ 'ਚ ਨਾ ਇੱਕ ਚੀਜ਼ ਬਹਿ ਜਾਂਦੀ ਹੈ, ਅੱਜ ਮੇਰੀ ਪਰਫਾਰਮੈਂਸ ਖਰਾਬ ਹੋ ਗਈ ਹੈ, ਉਹ ਉਹਨੂੰ ਸੋਚਦਾ ਉਹ ਕਹਿੰਦਾ ਮੈਂ ਦੂਜੀ ਵਾਰ ਵੀ ਮੈਂ ਖਰਾਬ ਹੀ ਹਾਂ। ਉਹ ਆਪਣੀ ਵਾਈਫ ਕੋ, ਲਾਈਫ ਪਾਰਟਨਰ ਕੋ ਜਾਂਦੇ ਡਰਦਾ, ਠੀਕ ਹੈ। ਉਹ ਕਹਿੰਦਾ ਅੱਜ ਮੇਰੀ ਪਹਿਲੀ ਪਰਫਾਰਮੈਂਸ ਖਰਾਬ ਹੋ ਗਈ ਤੇ ਦੂਜੀ ਵੀ ਮੇਰੀ ਖਰਾਬ ਹੁੰਦੀ। ਉਹ ਦੂਜੀ ਜਾਂਦਾ, ਉਹ ਬਦੋ ਬਦੀ ਉਹਦੀ ਪਹਿਲੀ ਸੋਚ ਦੇ ਨਾਲ ਉਹਦੀ ਦੂਜੀ ਵੀ ਖਰਾਬ ਹੋ ਜਾਂਦੀ ਹੈ, ਠੀਕ ਹੈ। ਉਹ ਫਿਰ ਚੱਕਰਾਂ 'ਚ ਕੋਈ ਵੀਡੀਓ ਦੇਖ, ਉਹ ਡਾਕਟਰਾਂ ਨੂੰ ਸਰਚ ਕਰ, ਇਹ ਬਿਮਾਰੀ ਆਟੋਮੈਟਿਕਲੀ ਤੁਹਾਡੀ ਆ ਜਾਂਦੀ ਹੈ, ਆਟੋਮੈਟਿਕਲੀ ਠੀਕ ਵੀ ਹੋ ਜਾਂਦੀ ਹੈ। ਬਟ ਜੇ ਤੁਹਾਨੂੰ ਇਹਨੂੰ ਜ਼ਿਆਦਾ ਅਸੀਂ ਹਾਈਪਰ ਨਹੀਂ ਲੈਣਾ, ਇਹਨੂੰ ਆਪਣੇ ਸਿਰ 'ਤੇ ਬਿਮਾਰੀ ਨੂੰ ਨਹੀਂ ਚੜਾਉਣਾ, ਤੇ ਇਹਨੂੰ ਆਪਣਾ ਇਹ ਔਸ਼ਧੀਆਂ ਲੈ ਕੇ ਆਯੁਰਵੈਦਿਕ ਨਾਲ ਠੀਕ ਕਰ ਸਕਦੇ ਹਾਂ। ਕਿਉਂਕਿ ਅੱਜ ਅਸੀਂ 4-5 ਹਜ਼ਾਰ 'ਚ ਠੀਕ ਹੋ ਰਹੇ ਹਾਂ ਮਹੀਨੇ 'ਚ, ਕੱਲ੍ਹ ਨੂੰ ਇਹ ਨਾ ਹੋਵੇ ਕਿ 50 ਹਜ਼ਾਰ 'ਚ ਵੀ ਠੀਕ ਨਾ ਹੋਵੋ, ਤੁਸੀਂ ਫਿਰ ਲੱਖਾਂ ਰੁਪਏ ਬੈਂਕ ਬੈਲੈਂਸ ਤੇ ਖਾਲੀ ਹੋਣੇ ਹੀ ਹੈ, ਠੀਕ ਹੈ ਨਾ। ਅੱਛਾ ਵੈਦ ਜੀ, ਮੇਰਾ ਸਵਾਲ ਹੁਣ ਤੁਹਾਡੇ ਕੋਲੋਂ ਹੈ, ਤੇ ਜਿਹੜੇ ਲੋਕ ਇਹ ਤੁਹਾਡੇ ਵਾਲਾ ਨੁਸਖਾ ਅਪਣਾਉਣਗੇ ਜਾਂ ਜਿਨ੍ਹਾਂ ਨੇ ਅਪਣਾਇਆ, ਉਹਨਾਂ ਦੀ ਲਾਈਫ ਤੁਸੀਂ ਕਿਵੇਂ ਬਦਲਦੀ ਦੇਖੀ? ਜਿਹੜੀ ਦਵਾਈ ਹੈ ਉਹਨੂੰ ਥੋੜ੍ਹਾ ਟਾਈਮ ਲੱਗਦਾ। ਟਾਈਮ ਲੱਗਣ ਦੇ ਬਾਅਦ ਇਹ ਹੁੰਦਾ ਹੈ ਕਿ ਉਹ ਜੋ ਪ੍ਰੋਪਰਲੀ ਜਿਹੜੇ ਦਵਾਈ ਖਾਣ ਤੋਂ ਬਾਅਦ ਠੀਕ ਹੋ ਜਾਂਦਾ। ਔਰ ਇਹ ਹੈ ਕਿ ਕਈ ਜਿਹੜੇ ਬੰਦੇ ਪਰਹੇਜ਼ ਰੱਖਦੇ ਨੇ, ਜਿਹੜੇ ਕੋਈ ਨਾਰਕੋਟਿਕ ਡਰਗ ਜਾਂ ਕੋਈ ਨਹੀਂ ਲੈਂਦੇ ਹੈਗੇ, ਤਾਂ ਉਹ ਪੂਰੀ ਲਾਈਫ ਵਿੱਚ ਠੀਕ ਹੁੰਦੇ ਨੇ। ਉਹਨੂੰ 2-3 ਮਹੀਨੇ ਦਵਾਈ ਖਾਣੀ ਪੈਂਦੀ ਹੈ, ਫਿਰ ਉਹ ਬਿਲਕੁਲ ਠੀਕ ਹੋ ਜਾਂਦੇ, ਫਿਰ ਉਹਨੂੰ ਦਵਾਈ ਦੀ ਲੋੜ ਨਹੀਂ ਪੈਂਦੀ, ਉਹ ਬਿਲਕੁਲ ਠੀਕ ਹੋ ਜਾਂਦੇ ਨੇ। ਬਾਕੀ ਇਹ ਹੈ ਕਿ ਉਹਨਾਂ ਨੂੰ ਆਪਣੇ ਪਰਹੇਜ਼ ਨਾਲ ਜ਼ਰੂਰ ਰੱਖਣਾ ਚਾਹੀਦਾ। ਦਵਾਈ ਜਿਹੜੀ ਆਯੁਰਵੇਦ ਤਾਂ ਹੀ ਅਸਰ ਕਰਦੀ ਹੈ, ਉਹ ਬਿਲਕੁਲ ਠੀਕ ਹੋ ਜਾਣਗੇ। ਜੀ। ਅੱਛਾ ਸਾਹਿਲ ਸਾਹਿਬ, ਇਹ ਦੱਸੋ ਕਿ ਬੜੇ ਸਵਾਲ ਮੈਨੂੰ ਆਉਂਦੇ ਨੇ ਕਿ ਜੀ ਸਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੈ ਸ਼ੂਗਰ ਕਰਕੇ, ਉਹਨਾਂ ਤੇ ਕੰਮ ਕਰੇਗਾ ਤੁਹਾਡਾ ਇਹ ਨੁਸਖਾ, ਤੁਹਾਡਾ ਫਾਰਮੂਲਾ? ਅਗਰ ਕਰੇਗਾ, ਇਮਾਨਦਾਰੀ ਨਾਲ ਗੱਲ ਕਰਨੀ ਹੈ, ਤੁਸੀਂ ਦੇਖੋ ਇਹ ਨਹੀਂ ਹੈ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਬਿਆਨੀ ਇੱਥੇ ਕਰੀਏ। ਸ਼ੂਗਰ ਵਾਲੇ ਬੰਦੇ ਨੇ ਜਿਹੜੇ, ਸ਼ੂਗਰ ਵਾਲੇ ਬੰਦਿਆਂ ਨੂੰ ਜਿਹੜੀ ਕਮਜ਼ੋਰੀ ਫੀਲ ਹੁੰਦੀ ਹੈ ਉਹ ਦੂਰ ਹੋ ਸਕਦੀ ਹੈ। ਇੱਥੇ ਤੁਹਾਨੂੰ ਮਿਲੇਗੀ ਸੱਚਾਈ। ਘੱਟ ਕਮਾ ਲਾਂਗੇ ਪਰ ਬੋਲਾਂਗੇ ਸੱਚਾਈ, ਠੀਕ ਹੈ। ਥੋੜ੍ਹਾ ਕਮਾ ਲਾਂਗੇ, ਵੇਟ ਐਂਡ ਵਾਚ। ਇਹ ਨਹੀਂ ਕਿ ਅੱਜ ਮੈਂ ਉੱਥੇ ਚਲੇ ਜਾਵਾਂ, ਅੱਜ ਮੈਂ ਉਹ ਕਮਾ ਲਿਆ, ਅੱਜ ਮੈਂ ਉਹ ਕਮਾ ਲਿਆ। ਘੱਟ ਕਮਾ ਲਾਂਗੇ, ਸੱਚਾਈ ਬੋਲਾਂਗੇ। ਪਰਸੋਂ ਪੇਸ਼ੈਂਟ ਆਇਆ, ਉਹ ਮੇਰੇ ਕੋਲ 3 ਮਹੀਨਿਆਂ ਦਾ ਟਰੀਟਮੈਂਟ ਸਾਡੇ ਕੋਲ ਕਰਾਇਆ, ਸ਼ੂਗਰ ਦਾ ਸੀ। ਉਹਦੀ ਵਿਆਹ 'ਚ ਵੱਧ ਪਰਹੇਜ਼ੀ ਹੋ ਗਈ ਅਤੇ ਆਪਣੀ ਲਾਈਫ ਉਹਨੇ ਠੀਕ ਹੈ। ਸ਼ਾਦੀ ਤੋਂ ਬਾਅਦ ਮਹੀਨੇ ਬਾਅਦ ਉਹ ਫਿਰ ਆਇਆ, ਕਹਿੰਦੇ ਡਾਇਬਟੀਜ਼ ਹੈ 390 ਹੋ ਗਈ ਹੈ, ਠੀਕ ਹੈ, ਵੱਧ ਪਰਹੇਜ਼ੀ ਹੋ ਗਈ ਹੈ, ਠੀਕ ਹੈ। ਉਹ ਕਹਿੰਦਾ ਡਾਕਟਰ ਸਾਹਿਬ ਇਹ ਕੀ ਪੋਜੀਸ਼ਨ ਹੈਗੀ ਕਿ ਕਿੰਨੀ ਕੁ ਦੇਰ ਦਵਾਈ ਖਾਣੀ ਪਏਗੀ? ਡਾਕਟਰ ਸਾਹਿਬ ਨੇ ਸਾਫ਼ ਕਿਹਾ ਉਹਨਾਂ ਨੂੰ ਕਿ ਵੇਖੋ, ਇਹ ਗੱਲ ਹੈ ਕਿ ਡਾਇਬਟੀਜ਼ ਵਾਲੇ ਮਰੀਜ਼ ਨੂੰ ਤੁਹਾਨੂੰ ਸਾਲ 'ਚ 1-2 ਵਾਰੀ ਮੈਡੀਸਿਨ ਖਾਣੀ ਪੈਣੀ ਹੈ। ਚਾਹੇ ਤੁਸੀਂ ਮੇਰੇ ਕੋਲ ਆ ਜਾਓ, ਚਾਹੇ ਤੁਸੀਂ ਜਿਹੜੇ ਮਰਜ਼ੀ ਡਾਕਟਰ ਕੋਲ ਚਲੇ ਜਾਓ। ਝੂਠ ਸਭ ਨੇ ਬੋਲੀ ਜਾਣਾ ਕਿ 2 ਮਹੀਨੇ ਖਾ ਲਓ, ਤੁਹਾਨੂੰ ਖਾਣ ਦੀ ਲੋੜ ਹੀ ਨਹੀਂ ਪੈਣੀ। ਉਹ ਸਰਾਸਰ ਝੂਠ ਹੈ। ਉਹ ਸਾਡੇ ਡਾਕਟਰ ਸਾਹਿਬ ਨੇ ਪਹਿਲੇ ਦਿਨ ਵੀ ਕਹਿੰਦੇ, ਜਿਹੜਾ ਡਾਇਬਟੀਜ਼ ਵਾਲਾ ਮਰੀਜ਼ ਹੈ ਨਾ, ਉਹਨੂੰ ਸਾਲ 'ਚ 1-2 ਵਾਰੀ ਇਹ ਕੋਰਸ ਲੈਣੇ ਪੈਂਦੇ ਨੇ। ਹਾਂ, ਇਹ ਜੇ ਤੁਸੀਂ ਕੋਈ ਜੀਵਨ ਭਰ ਨਹੀਂ ਖਾਣੀ ਪਏਗੀ, ਉਹ ਸਰਾਸਰ ਝੂਠ ਹੈਗਾ। ਉਹ ਜੇ ਵਿਦਾਊਟ ਡਾਇਬਟੀਜ਼ ਵਾਲਾ ਵੀ ਪੇਸ਼ੈਂਟ ਹੈਗਾ ਨਾ, ਉਹ ਵੀ ਸੁਣ ਲਵੇ। ਜੇ ਵਿਦਾਊਟ ਡਾਇਬਟੀਜ਼ ਵਾਲਾ ਪੇਸ਼ੈਂਟ ਹੈ, ਉਹ ਵੀ ਸੁਣ ਲਵੇ। ਸਾਲ 'ਚ ਜੇ ਤੁਹਾਨੂੰ 1 ਵਾਰੀ ਵੀ ਦਵਾਈ ਖਾਣੀ ਪਵੇ, 2 ਵਾਰੀ ਖਾਣੀ ਪਵੇ, ਨੋਟ ਬੈਡ। ਗੱਡੀ ਚੱਲਣੀ ਹੈ, ਸਰਵਿਸ ਕਰਾਉਣੀ ਪੈਣੀ ਹੈ, 10,000 ਕਿਲੋਮੀਟਰ 'ਤੇ ਸਰਵਿਸ ਕਰਾਉਣੀ ਪੈਣੀ ਹੈ। ਨਹੀਂ ਕਰਾਓਗੇ, ਇੰਜਨ ਖਰਾਬ ਹੋਏਗਾ, ਕਾਲਾ ਧੂੰਆਂ ਮਾਰੇਗਾ, ਠੀਕ ਹੈ ਨਾ। ਇੱਕ ਹੁਣ ਅਰਕ ਤਿਆਰ ਕਰੀਦਾ, ਜਿਨ੍ਹਾਂ ਨੂੰ ਨਾਈਟ ਕੀ ਹੈ ਜੀ, ਹੈਗੀ ਹੈ, ਜਿਨ੍ਹਾਂ ਨੂੰ ਧਾਤ ਪੈਂਦੀ ਹੈ, ਹਾਂਜੀ। ਉਹ ਕਹਿੰਦੇ ਧਾਤ ਪੈਂਦੀ ਜੀ, ਉਹ ਲੱਖਾਂ ਰੁਪਏ ਦਾ ਨੁਸਖਾ ਲੈ ਲੈਂਦੇ ਨੇ, 1000 ਰੁਪਏ ਦਾ। ਕੋਈ 10,000 ਦੀ ਦਵਾਈ ਦੇ ਰਿਹਾ, ਕੋਈ 8,000 ਦੀ ਦੇ ਰਿਹਾ, ਕੋਈ 12,000 ਦੀ ਦੇ ਰਿਹਾ। ਉਹਦਾ ਲੀਵਰ ਨੂੰ ਪਹਿਲੇ, ਜਿਹੜਾ ਉਹਦਾ ਲੀਵਰ ਡਿਸਆਰਡਰ ਹੁੰਦਾ, ਠੀਕ ਹੈ, ਉਹਦੇ ਲੀਵਰ ਦੇ ਅੰਦਰ ਹੀਟਨੈਸ ਹੈ। ਇਸੇ ਕਰਕੇ ਇਹ ਅਰਕ ਤਿਆਰ ਕੀਤਾ ਹੈ। ਇਹ ਅਰਕ ਨਾਲ ਦੇਵਾਂਗੇ, ਨੁਸਖਾ ਨਾਲ ਦੇਵਾਂਗੇ, ਅਤੇ ਜਿਹਦੇ ਨਾਲ ਉਹਦੀ ਧਾਤੂ ਰੋਗ ਹੈ ਬਿਲਕੁਲ ਠੀਕ ਹੋ ਜਾਏਗਾ, ਨਾਈਟਫਾਲ ਠੀਕ ਹੋ ਜਾਏਗੀ। ਇਹ ਅਰਕ ਇਹੋ ਜਿਹਾ ਕਿ ਜੇ ਆਉਣ ਵਾਲੀ ਗਰਮੀਆਂ 'ਚ ਲੋਕਾਂ ਦੇ ਬੜੇ ਮੈਸੇਜ ਆਣੇ, ਬੜੇ ਫੋਨ ਆਣੇ ਕਿ ਸਾਡੇ ਅੰਦਰ ਬੜੀ ਗਰਮੀ ਹੈ, ਕਿ ਸਾਨੂੰ ਮਰਦਾਨਾ ਕਮਜ਼ੋਰੀ ਦੀ ਦਵਾਈ ਕੰਮ ਹੀ ਨਹੀਂ ਕਰਦੀ। ਇਹ ਨਾਲ ਅਰਕ ਦਿੱਤਾ ਜਾਏਗਾ ਕਿ ਬੈਲੈਂਸ ਉਹਦਾ ਬਰਾਬਰ ਰੱਖਿਆ ਜਾਏਗਾ, ਨਾ ਉਹਨੂੰ ਗਰਮੀ, ਜੇ ਕਿਉਂਕਿ ਥੋੜੀ ਹੀਟਨੈਸ ਤੇ ਦਵਾਈ ਦੇਗੀ ਹੋਈ, ਠੀਕ ਹੈ ਨਾ, ਉਹਦਾ ਬੈਲੈਂਸ ਪੂਰਾ ਬਰਾਬਰ ਰੱਖਿਆ ਜਾਏਗਾ। ਇਹ ਜਿਹੜਾ ਅਰਕ ਹੈ ਨਾ, ਇਹ ਅਰਕ ਬਹੁਤ ਵਧੀਆ ਡਾਕਟਰ ਸਾਹਿਬ ਨੇ ਤਿਆਰ ਕੀਤਾ ਹੈ। ਉਹਦੀ ਧਾਤ ਬਹੁਤ ਜਲਦੀ ਬੰਦ ਹੋਏਗੀ ਔਰ ਚੰਦ ਪੈਸਿਆਂ ਦੇ ਵਿੱਚ ਹੋਏਗੀ। ਜੀ। ਅੱਛਾ, ਤੇ ਫਿਰ ਜਿਸ ਪਰਪਸ ਵਾਸਤੇ ਅਸੀਂ ਵੀਡੀਓ ਬਣਾਈ ਹੈ, ਸਾਹਿਲ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਜਿਹੜੇ ਭਸਮਾਂ ਹੈਗੀਆਂ ਨੇ, ਜਿਹੜੀਆਂ ਭਸਮਾਂ ਤੁਸੀਂ ਇੱਥੇ ਰੱਖੀਆਂ ਨੇ, ਇਹਨਾਂ ਦੀ ਮਿਕਦਾਰ, ਜੇਕਰ ਅਸੀਂ ਤੁਹਾਡੇ ਵਾਲਾ ਨੁਸਖਾ, ਤੁਹਾਡੇ ਕੋਲ ਵੀ ਨਹੀਂ ਕਿਸੇ ਨੇ ਆਉਣਾ, ਤੁਹਾਡੇ ਵਾਲਾ ਨੁਸਖਾ ਅਸੀਂ ਘਰ ਬੈਠ ਕੇ ਤਿਆਰ ਕਰਵਾਈਏ ਦਰਸ਼ਕਾਂ ਨੂੰ, ਅਗਰ ਕਿਸੇ ਨੇ ਤਿਆਰ ਕਰਨਾ ਹੋਵੇ,
ਤੇ ਤਿਆਰ ਕਰ ਸਕਦਾ ਹੈ? ਕਰ ਲੈਣ, ਇਹਦੇ ਚ ਕੀ ਹੈ? ਤੁਹਾਨੂੰ ਪਹਿਲੇ ਕਿਹਾ ਹੈ ਕਿ ਜੇ ਨਹੀਂ ਵੀ ਕੁਝ ਕਮਾਈ ਹੋਏਗੀ ਕੋਈ ਫਾਇਦਾ ਨਹੀਂ, ਕਰ ਲੈਣ, ਕੋਈ ਚੱਕਰ ਨਹੀਂ ਗਾ। ਇਹ ਸਾਰੀ ਵੀਡੀਓਜ਼ ਹੈਗੀਆਂ, ਵੀਡੀਓ ਨੂੰ ਬਾਰ-ਬਾਰ ਰਿਪੀਟ ਕਰਕੇ ਦੇਖੀ ਜਾਣ। ਇਹ 50-50 ਗ੍ਰਾਮ ਨੁਸਖਾ ਲਈ ਜਾਣ, ਬਾਕੀ ਕਾਲ ਤੇ ਪੁੱਛ ਲੈਣ, ਕੋਈ ਐਡੀ ਗੱਲ ਨਹੀਂ। ਕਰ ਲੈਣ, ਤਿਆਰ ਕਰ ਲੈਣ, ਉਹ ਕਰਕੇ ਵੀ ਉਨਾ ਹੀ ਖਰਚਾ ਆਉਣਾ ਉਹਨਾਂ ਨੂੰ। ਜੇ ਸਾਡੇ ਕੋਲ ਮੰਗਵਾਉਣਗੇ ਤਦ ਵੀ ਉਨਾ ਖਰਚਾ, ਕੋਈ ਐਡੀ ਗੱਲ ਨਹੀਂ। ਕਰ ਲੈਣ, ਠੀਕ ਹੈ ਨਾ। ਹਾਂ, ਜੇ ਜ਼ਿਆਦਾ ਤਕਲੀਫ ਹੈ, ਕਈ ਬੰਦੇ ਫੋਰਨ ਤੋਂ ਵੀ ਆਉਂਦੇ, ਬੜੇ ਕਹਿੰਦੇ ਯਾਰ ਬਹੁਤ ਸਾਡਾ ਤੇ ਜੀਣ ਤੇ ਮਨ ਹੀ ਨਹੀਂ ਕਰਦਾ ਯਾਰ, ਕਹਿੰਦੇ ਸਾਹਿਲ ਸਾਹਿਬ ਸਾਡਾ ਜੀਣ ਤੇ ਮਨ ਹੀ ਨਹੀਂ ਕਰਦਾ ਹੈ, ਸੁਰਿੰਦਰ ਜੀ ਸਾਡਾ ਜ਼ਿੰਦਗੀ ਅੱਗੇ ਨਜ਼ਰ ਹੀ ਨਹੀਂ ਆਉਂਦੀ, ਦਿਨੇ ਸਵੇਰਾ ਪੈਸਾ ਬਹੁਤ ਹੈ ਪਰਮਾਤਮਾ ਦੀ ਕਿਰਪਾ ਨਾਲ, ਪਰ ਸਾਨੂੰ ਅੱਗੇ ਜੀਵਨ ਹੀ ਨਜ਼ਰ ਆਉਂਦਾ। ਪਰ ਅਸੀਂ ਉਹਨਾਂ ਦਾ ਪੈਸਾ ਫਾਲਤੂ ਨਹੀਂ ਲੈਂਦੇ। ਇਹ ਨਹੀਂ ਕਿ ਬਾਹਰੋਂ ਕੋਈ ਫੋਨ ਆ ਗਿਆ, ਕਿ ਜੇ ਬਾਹਰੋਂ ਕੋਈ ਫੋਨ ਆ ਗਿਆ ਤਾਂ ਉਹਨੂੰ ਠੱਗ ਲਓ ਨਾ। ਬਾਹਰ ਦਾ ਨੰਬਰ ਦੇਖ ਕੇ ਵੀ ਉਹੀ ਰੇਟ ਹੈ ਤੇ ਇੱਥੇ ਵੀ ਉਹੀ ਰੇਟ ਹੈ। ਬਾਕੀ ਪੋਜੀਸ਼ਨ ਦੇ ਹਿਸਾਬ ਨਾਲ, ਇਹ ਨਹੀਂ ਹੈਗਾ ਕਿ ਅਸੀਂ ਉਹਦੀ ਪੋਜੀਸ਼ਨ ਹੋਵੇ ਬਹੁਤ ਖਰਾਬ ਤੇ ਉਹਨੂੰ ਕਹਿ ਦੀ ਕਿ ਇਹ ਨੁਸਖਾ ਵੀ ਕੰਮ ਕਰੇਗਾ, ਠੀਕ ਹੈ ਨਾ। ਕਈਆਂ ਦੀ ਪੋਜੀਸ਼ਨ ਬਹੁਤ ਡੈਡ ਹੁੰਦੀ ਹੈ, ਫਿਰ ਉਹਨਾਂ ਨੂੰ ਉਹਨਾਂ ਦੀ ਹਿਸਾਬ ਨਾਲ ਪੁੱਛ ਕੇ, ਇਹ ਨਹੀਂਗਾ ਕਿ ਤੂੰ ਇਹ ਲੱਲਾ ਤੂੰ ਇਹ ਲੱਲਾ ਤੂੰ ਜਿੰਨੇ ਪੈਸੇ ਪਾ ਦੇ ਇੰਨੇ ਪਾਸੇ। ਫਰੋਡ ਨਹੀਂ ਕਰਨਾ, ਘੱਟ ਕਮਾ ਲਓ, ਥੋੜਾ ਕਮਾ ਲਓ, ਪਰ ਇਮਾਨਦਾਰੀ ਦਾ ਕਮਾਓ। ਜੀ ਜੀ। ਅੱਛਾ, ਫਿਰ ਸਾਹਿਲ ਸਾਹਿਬ ਇਹ ਦੱਸੋ ਵੀ ਅਗਰ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਜਾਂ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ, ਕੀ ਰਹਿੰਦਾ ਤੁਹਾਡੇ ਮਿਲਣ ਦਾ? ਦੇਖੋ, ਮਿਲਣ ਦਾ ਜਿਹੜਾ ਹੈਗਾ ਸਮਾਂ ਹੈਗਾ 11 ਤੋਂ 6 ਵਜੇ ਤੱਕ ਹੈਗਾ। ਬਾਕੀ ਕਾਲ ਕਰਕੇ ਆਉਣ ਡਾਕਟਰ ਸਾਹਿਬ ਨੂੰ, ਤੇ 100 ਫੁੱਟੀ ਰੋਡ ਤੇ ਗੋਕੁਲ ਕਾ ਬਾਗ, ਸ਼ਾਪ ਨੰਬਰ 265 265 ਅੰਮ੍ਰਿਤਸਰ। ਤੁਸੀਂ ਕਾਲ ਕਰਕੇ ਡਾਕਟਰ ਸਾਹਿਬ ਕੋਈ ਅਪੁਆਇੰਟਮੈਂਟ ਲੈ ਕੇ ਆ ਸਕਦੇ ਹੋ। ਤੇ ਬਾਕੀ ਜੇ ਤੁਸੀਂ ਆਨਲਾਈਨ ਦਵਾਈ ਮੰਗਵਾਉਣੀ ਹੈ ਤੇ ਪੇਮੈਂਟ ਤੁਸੀਂ ਇਹਦੀ ਆਨਲਾਈਨ ਕਰਕੇ ਆਪਣਾ ਐਡਰੈਸ ਦੇ ਕੇ ਦਵਾਈ ਮੰਗਵਾ ਸਕਦੇ ਹੋ। ਜੀ ਜੀ। ਅੱਛਾ, ਵੈਜ ਜਾਂਦੇ ਜਾਂਦੇ ਕੀ ਸੁਨੇਹਾ ਦੇ ਕੇ ਜਾਓਗੇ? ਤੁਹਾਡਾ ਬੜਾ ਲੰਮਾ ਤਜਰਬਾ ਹੈ ਕਿ ਜੇਕਰ ਸੌਣ ਤੋਂ ਪਹਿਲਾਂ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ? ਕਿਹੜੀਆਂ ਤੁਸੀਂ 3 4 5 ਗਲਤੀਆਂ ਗਿਣਾ ਸਕਦੇ ਹੋ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਕਰਦੇ ਨੇ? ਦੇਖੋ ਜੀ, ਇਸ ਤਰ੍ਹਾਂ ਹੈ, ਇੱਕ ਤਾਂ ਆਪਣਾ ਖਾਣ ਪਾਣ ਠੀਕ ਰੱਖਣ, ਦਵਾਈ ਦੇ ਨਾਲ ਕੋਈ ਨਸ਼ੇ ਵਾਲੀ ਦਵਾਈ ਨਾ ਲੈਣ, ਤਾਂ ਕਿ ਉਹਨਾਂ ਨੂੰ ਦਵਾਈ ਜਿਹੜੀ ਜਲਦੀ ਅਸਰ ਕਰ ਸਕੇ, ਉਹਨਾਂ ਦਾ ਥੋੜਾ ਪੈਸਿਆਂ 'ਚ ਇਲਾਜ ਹੋ ਸਕੇ, ਠੀਕ ਹੈ। ਅਗਰ ਉਹ ਖਾਣਾ ਖਾਂਦੇ ਨੇ ਉਦੋਂ ਜਿਹੜੀ ਹੈਗੀ ਹੈ ਕੋਈ ਇੱਦਾਂ ਦਾ ਜਿਹੜਾ ਖਾਣਾ ਹੈਵੀ ਨਾ ਖਾਣ, ਬੈੱਡ ਤੋਂ ਜਾਣ ਤੋਂ ਪਹਿਲੇ 2 ਘੰਟੇ ਖਾਣਾ ਖਾ ਲੈਣ, ਉਸ ਤੋਂ ਬਾਅਦ ਜਿਹੜੀ ਹੈ ਸਾਡੀ ਦਵਾਈ ਖਾ ਲੈਣ। ਤੇ ਮੋਬਾਈਲ ਦਾ ਘੱਟ ਇਸਤੇਮਾਲ ਕਰਨ, ਬਹੁਤ ਵੱਡੀ ਗੱਲ ਹੈ। ਮੋਬਾਈਲ ਨਹੀਂ ਛੱਡਦੇ, ਖਾਣਾ 'ਚ ਭਾਵੇਂ 7 ਵਜੇ ਵੀ ਖਾ ਲੈਂਦੇ ਨਾ, ਤੇ ਰਾਤੀ 1 ਵਜੇ ਤੱਕ ਫੋਨ ਚੱਲਦਾ ਰਹਿੰਦਾ ਹੈ। ਉਹ ਸਾਰੀ ਰੇਡੀਏਸ਼ਨ ਬ੍ਰੇਨ 'ਤੇ ਜਾਂਦੀ ਹੈ, ਉਹੀ ਸਟ੍ਰੈਸ ਆਉਂਦੀ ਹੈ, ਉਹੀ ਐਂਗਜ਼ਾਇਟੀ ਆਉਂਦੀ ਹੈ, ਉਹੀ ਡਿਪਰੈਸ਼ਨ ਆਉਂਦਾ ਹੈ, ਸਾਈਜ਼ੋਫਰੇਨੀਆ, OCD, ਇਹ ਸਾਰੀਆਂ ਦਿਮਾਗ ਦੀ ਬਿਮਾਰੀਆਂ ਜਿਹੜੀਆਂ ਸਾਡੀ ਸੈਕਸ ਲਾਈਫ ਨੂੰ ਖਰਾਬ ਕਰਦੀਆਂ ਨੇ। ਜੀ 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 ਡਾਕਟਰ ਸਾਹਿਬ, ਇਸ ਤਰ੍ਹਾਂ ਜੀ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਦਵਾਈ ਜਿਹੜੀ ਦੇ ਨਾਲ ਥੋੜਾ ਜਿਹਾ ਪਰਹੇਜ਼ ਜ਼ਰੂਰ ਰੱਖਣਾ ਚਾਹੀਦਾ। ਉਹਦੇ ਵਿੱਚ ਜਿਹੜਾ ਹੈਗਾ ਵੇ ਪਰਹੇਜ਼ ਦੇ ਬਾਅਦ ਜਿਹੜਾ ਹੈਗਾ ਜੇ ਦਵਾਈ ਜਿਹੜੀ ਹੈ, ਅਗਰ ਉਹਨੂੰ ਜ਼ਿਆਦਾ ਤਕਲੀਫ ਹੈ, ਥੋੜ੍ਹੇ ਦਿਨ ਜ਼ਿਆਦਾ ਦਵਾਈ ਖਾ ਲੈਣ, ਆਪਣੀ ਕੰਡੀਸ਼ਨ ਦੇ ਮੁਤਾਬਕ ਸਾਨੂੰ ਦੱਸਣ, ਅਸੀਂ ਉਹਦੇ ਮੁਤਾਬਕ ਜਿਹੜੀ ਦਵਾਈ ਦੇ ਵਿੱਚ ਹੋਰ ਕੋਈ ਨਾ ਕੋਈ ਚੀਜ਼ ਐਡ ਕਰ ਦਈਏ ਤਾਂ ਕਿ ਉਹਨਾਂ ਨੂੰ ਜਲਦੀ ਫਾਇਦਾ ਹੋ ਸਕੇ, ਉਹਨਾਂ ਦੇ ਪੈਸੇ ਵੇਸਟ ਨਾ ਹੋ ਸਕਣ, ਉਹ ਆਪਣੀ ਜਿਹੜੀ ਹੈ ਜੀ ਜਿਹੜੀ ਮੈਰਿਜ ਲਾਈਫ ਹੈ ਉਹ ਅੱਛੀ ਤਰ੍ਹਾਂ ਬਿਤਾ ਸਕਣ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸਾਹਿਲ ਸਾਹਿਬ ਔਰ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ, ਕੀਮਤੀ ਸਮਾਂ ਹੁੰਦਾ ਤੁਹਾਡਾ, ਇਸ ਲਈ ਤੁਹਾਡਾ ਦੋਨੇ ਗੁਰੂ ਚੇਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਇਹ ਸਨ ਗੁਰੂ ਚੇਲੇ ਦੀ ਜੋੜੀ ਜਿਨ੍ਹਾਂ ਨੇ ਦੱਸਿਆ ਕਿ ਇਹ ਨੁਸਖੇ ਨੇ, ਫਾਰਮੂਲਾ ਹੈ ਜਿਹੜਾ, ਉਹਨਾਂ ਨੇ ਦੱਸਿਆ ਕਿ ਜੋ ਵੀ ਯੂਜ਼ ਕਰੇਗਾ ਇਸ ਨੂੰ, ਉਸਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਸਕਦੀ ਹੈ। ਫਿਰ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੋ ਰਿਹਾ ਤਾਂ ਅਸੀਂ ਵੈਦ ਸੁਰਿੰਦਰ ਜੀ ਦਾ ਨੰਬਰ ਹੈਗਾ ਔਰ ਸਾਹਿਲ ਜੀ ਦਾ ਨੰਬਰ ਹੈਗਾ, ਇਹ ਵੀਡੀਓ ਦੇ ਉੱਤੇ ਚਲਾ ਦਿੰਦੇ ਆ ਤਾਂ ਕਿ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਫੋਨ ਦੇ ਜ਼ਰੀਏ ਇਹ ਨੁਸਖਾ ਬਣਾਉਣ ਲੱਗੇ ਉਹਨਾਂ ਤੋਂ ਜਿਹੜਾ ਗਾਈਡ ਲੈ ਸਕੋ। ਪਰ ਇੱਕ ਮੇਰੀ ਬੇਨਤੀ ਹੈ ਕਿ ਸਾਡੀ ਹਰ ਵੀਡੀਓ ਹੈ ਜਿਹੜੀ ਉਹ ਐਜੂਕੇਸ਼ਨਲ ਪਰਪਸ ਲਈ ਹੁੰਦੀ ਹੈ, ਕਿਉਂਕਿ ਬਗੈਰ ਕਿਸੇ ਅੰਡਰ ਕੇਅਰ ਤੋਂ ਜਾਂ ਬਗੈਰ ਕਿਸੇ ਸਪੈਸ਼ਲਿਸਟ ਤੋਂ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਤੁਸੀਂ ਨਾ ਬਣਾਓ। ਤੁਹਾਨੂੰ ਨੁਸਖੇ ਦੱਸਣ ਦਾ ਪਰਪਸ ਇਹ ਹੁੰਦਾ ਹੈ ਕਿ ਆਯੁਰਵੇਦ ਦੇ ਵਿੱਚ ਕਿੰਨੀ ਤਾਕਤ, ਕਿੰਨੀ ਸ਼ਕਤੀ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਆਪਣਾ ਇਲਾਜ ਹੈਗਾ ਹਰ ਬਿਮਾਰੀ ਦਾ ਜਿਹੜਾ ਉਹ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।